ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ। ਦੋਸਤੋ, ਸ਼ੁਰੂਆਤ ਕਰਦੇ ਹਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਇਆ ਨਵਾਂ ਫਰਮਾਨ। ਚੱਕਰਾਂ 'ਚ ਪਏ ਵਿਦਿਆਰਥੀ ਤੇ ਮਾਪੇ। ਕਾਂਗਰਸ ਸਰਕਾਰ ਦੇ ਸਮੇਂ ਅਪਗ੍ਰੇਡ ਹੋਏ ਸੂਬੇ ਦੇ 229 ਸਰਕਾਰੀ ਸਕੂਲਾਂ ਦੇ ਵਿੱਚ ਇਸ ਸਾਲ 9ਵੀਂ ਤੇ 11ਵੀਂ ਦੀਆਂ ਕਲਾਸਾਂ ਨਹੀਂ ਲੱਗਣਗੀਆਂ। ਦਸੰਬਰ 2021 ਦੇ ਵਿੱਚ 46 ਸਕੂਲਾਂ ਨੂੰ ਮਿਡਲ, 100 ਨੂੰ ਹਾਈ ਤੇ 83 ਨੂੰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਪਗ੍ਰੇਡ ਕੀਤਾ ਗਿਆ ਸੀ। ਇੱਥੇ ਧਿਆਨਯੋਗ ਗੱਲ ਇਹ ਹੈ ਕਿ ਸਕੂਲ 2022-23 ਸੈਸ਼ਨ ਲਈ 1 ਅਪ੍ਰੈਲ 2022 ਦੇ ਵਿੱਚ ਦਾਖਲੇ 'ਚੋਂ 4 ਮਹੀਨੇ ਦੀ ਪੜ੍ਹਾਈ ਕਰਵਾ ਚੁੱਕੇ ਨੇ। ਹੁਣ 9ਵੀਂ ਤੇ 11ਵੀਂ ਦੀ ਬੋਰਡ ਰਜਿਸਟ੍ਰੇਸ਼ਨ ਦੇ ਆਖਰੀ ਤਰੀਕ 31 ਜੁਲਾਈ ਤੋਂ ਪਹਿਲਾਂ ਸਿੱਖਿਆ ਵਿਭਾਗ ਵੱਲੋਂ ਨਵੀਆਂ ਕਲਾਸਾਂ ਫਿਲਹਾਲ ਨਾ ਲਾਉਣ ਤੇ ਭਰਤੀ ਹੋ ਚੁੱਕੇ ਬੱਚਿਆਂ ਨੂੰ 3 ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ ਸਕੂਲਾਂ ਵਿੱਚ ਸ਼ਿਫਟ ਕਰਨ ਦੇ ਹੁਕਮ ਦੇ ਨਾਲ ਵਿਦਿਆਰਥੀ ਤੇ ਮਾਪੇ ਪਰੇਸ਼ਾਨੀ ਦੇ ਵਿੱਚ ਆ ਗਏ ਨੇ। ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। MP ਸਿਮਰਨਜੀਤ ਮਾਨ ਦੇ ਪਰਿਵਾਰ ਸਮੇਤ 16 ਲੋਕਾਂ ਦੇ ਕਬਜ਼ੇ ਤੋਂ ਛੁਡਵਾਈ ਗਈ 2828 ਏਕੜ ਸਰਕਾਰੀ ਜ਼ਮੀਨ। ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ CM ਮਾਨ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ। ਪੂਰੀ ਤਿਆਰੀ ਦੇ ਨਾਲ SAS ਨਗਰ ਦੇ ਛੋਟੀ ਬੱਦੀ ਨਗਰ ਵਿੱਚ ਓਮੈਕਸ ਦੇ ਸਾਹਮਣੇ ਨਾਜਾਇਜ਼ ਕਬਜ਼ਿਆਂ ਵਾਲੀ ਜ਼ਮੀਨ ਨੂੰ ਛੁਡਵਾਉਣ ਲਈ ਪਹੁੰਚੇ। ਉਹਨਾਂ ਦੇ ਨਾਲ ਪੰਚਾਇਤ ਮੰਤਰੀ ਮੌਜੂਦ ਸਨ। ਜਾਣਕਾਰੀ ਦੇ ਮੁਤਾਬਕ ਸੰਸਦ ਮੈਂਬਰ ਸਿਮਰਨਜੀਤ ਮਾਨ ਦੇ ਪਰਿਵਾਰ ਦੀ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਛੁਡਵਾਉਣ ਲਈ ਪਹੁੰਚੇ। ਪੰਚਾਇਤੀ ਜ਼ਮੀਨ 2828 ਏਕੜ ਤੇ ਨਾਜਾਇਜ਼ ਕਬਜ਼ੇ ਛੁਡਵਾਏ ਨੇ, ਜਿਸ ਦੇ ਵਿੱਚੋਂ ਕੁਝ ਜ਼ਮੀਨ ਤੇ ਖੈਰ ਦੇ ਦਰਖਤ ਲਾਏ ਗਏ ਹਨ, ਕੁਝ ਪਹਾੜੀ ਤੇ ਕੁਝ ਸਮਤਲ ਖੇਤਰ ਨੇ। ਫੌਜਾ ਸਿੰਘ ਪ੍ਰਾਈਵੇਟ ਲਿਮਟਿਡ ਕੋਲ 1100 ਏਕੜ ਜ਼ਮੀਨ ਸੀ, ਜਿਸ ਨੂੰ ਮੁੱਖ ਮੰਤਰੀ ਮਾਨ ਨੇ ਛੁਡਵਾਇਆ। ਸਿਮਰਨਜੀਤ ਮਾਨ ਦੇ ਪੁੱਤਰ ਈਮਾਨ ਸਿੰਘ ਦੇ ਕੋਲ 125 ਏਕੜ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ। ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਨੇ 5 ਏਕੜ ਜ਼ਮੀਨ ਦੱਬ ਰੱਖੀ ਸੀ। ਹੁਣ ਤੱਕ 9053 ਏਕੜ ਜ਼ਮੀਨ ਦਾ ਕਬਜ਼ਾ ਛੁਡਵਾਇਆ ਜਾ ਚੁੱਕਾ ਹੈ। ਵੱਡੀ ਖਬਰ ਆ ਜੀ, ਪੰਜਾਬ ਦੇ ਮੰਡਰਾ ਰਿਹਾ ਖਤਰਾ। ਵਿਦਿਆਰਥੀਆਂ ਦੇ ਭੇਸ 'ਚ ਸੂਬੇ ਅੰਦਰ ਦਾਖਲ ਹੋ ਸਕਦੇ ਨੇ ਅੱਤਵਾਦੀ। ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਲਈ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀਆਂ ਇੱਕ ਦੂਜੇ ਨਾਲ ਮਿਲ ਕੇ ਕੋਈ ਨਾ ਕੋਈ ਵੱਡੀ ਵਾਰਦਾਤ ਕਰਨ ਦੀ ਤਾਕ ਦੇ ਵਿੱਚ ਹਨ। ਇਸ ਦੇ ਲਈ ਪੰਜਾਬ ਪੁਲਿਸ ਦੇ ਦਫ਼ਤਰਾਂ ਤੋਂ ਇਲਾਵਾ VIP ਲੋਕ ਅਤੇ ਸਿਆਸੀ ਰੈਲੀਆਂ ਵਿੱਚ ਇਹਨਾਂ ਦੇ ਨਿਸ਼ਾਨੇ ਤੇ ਹਨ। ਸੂਤਰਾਂ ਦੇ ਮੁਤਾਬਕ ਖੂਫੀਆ ਏਜੰਸੀਆਂ ਨੂੰ ਇਨਪੁਟ ਮਿਲੇ ਨੇ ਕਿ ਲਸ਼ਕਰੇ ਤੋਬਾ ਤੇ TRF ਆਪਣੇ ਮਕਸਦ ਵਿੱਚ ਕਾਮਯਾਬ ਹੋਣ ਲਈ ਅੱਤਵਾਦੀਆਂ ਨੂੰ ਕਸ਼ਮੀਰੀ ਵਿਦਿਆਰਥੀ ਬਣਾ ਕੇ ਪੰਜਾਬ ਦੇ ਵਿੱਚ ਭੇਜਣ ਦੀ ਤਿਆਰੀ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਸਰਹੱਦ ਪਾਰ ਆਤਮਘਾਤੀ ਦਸਤਿਆਂ ਨੂੰ ਤਿਆਰ ਕੀਤਾ ਜਾ ਰਿਹਾ, ਜਿਨ੍ਹਾਂ ਨੂੰ ਆਧੁਨਿਕ ਹਥਿਆਰਾਂ ਦੇ ਨਾਲ ਟ੍ਰੇਨਿੰਗ ਦੇਣ ਦੇ ਨਾਲ ਹੋਰ ਵੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਇਹਨਾਂ ਰਾਹੀਂ ਪੰਜਾਬ ਪੁਲਿਸ ਦੇ ਮੁੱਖ ਦਫ਼ਤਰਾਂ ਤੇ ਹੋਰ VIP ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਇਹ ਜਥੇਬੰਦੀਆਂ ਪੰਜਾਬ ਹੀ ਨਹੀਂ, ਜੰਮੂ ਕਸ਼ਮੀਰ ਦੇ ਕੁਝ ਸ਼ਹਿਰਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਪੂਰੀ ਤਿਆਰੀ ਕਰ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀ ਜਥੇਬੰਦੀਆਂ ਪੰਜਾਬ 'ਚ ਸਰਗਰਮ ਹੋ ਕੇ ਪਾਬੰਦੀਸ਼ੁਦਾ ਕੱਟੜਪੰਥੀਆਂ ਨਾਲ ਹੱਥ ਮਿਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਾਕ ਵਿੱਚ ਲੱਗੀਆਂ ਨੇ। ਏਜੰਸੀਆਂ ਨੂੰ ਇਹ ਵੀ ਇਨਪੁਟ ਮਿਲੇ ਨੇ ਕਿ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਵੀ ਨੌਜਵਾਨ, ਜਿਨ੍ਹਾਂ 'ਚ ਇੰਡੀਅਨ ਮੁਸਲਿਮ ਤੇ ਕਸ਼ਮੀਰੀ ਮੁਸਲਮਾਨ ਸ਼ਾਮਲ ਹਨ, ਨੂੰ ਵੀ ਉਤੇਜਿਤ ਮੈਸੇਜ ਭੇਜ ਕੇ ਅੱਤਵਾਦੀ ਹਮਲੇ ਲਈ ਉਸਕਾਇਆ ਜਾ ਰਿਹਾ। ਸੋ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ ਤੇ ਦਿਖਾਈ ਦੇ ਰਹੀਆਂ ਨੇ। ਅੱਤਵਾਦੀਆਂ ਤੇ ਨਜ਼ਰ ਘਾਟੀ 'ਚ 6 ਮਹੀਨੇ ਦੌਰਾਨ 60% ਅੱਤਵਾਦੀ ਢੇਰ ਕਰ ਦਿੱਤੇ ਗਏ ਨੇ। ਸ਼ੇਅਰ ਬਾਜ਼ਾਰ ਦੇ ਵਿੱਚ ਵੱਡਾ ਉਛਾਲ, ਨਵੇਂ ਰਿਕਾਰਡ ਦੇ ਨੇੜੇ ਸੈਂਸੈਕਸ ਤੇ ਨਿਫਟੀ। ਭਾਰਤੀ ਸਟਾਕ ਮਾਰਕੀਟ ਲਗਾਤਾਰ 2 ਸੈਸ਼ਨਾਂ ਤੋਂ ਜ਼ਬਰਦਸਤ ਵਾਧਾ ਦਰਸਾ ਰਹੀ ਹੈ ਜੀ। ਅੱਜ ਹਫ਼ਤੇ ਦੇ ਆਖਰੀ ਕਾਰੋਬਾਰ ਦੇ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਤੇ ਖੁੱਲ੍ਹਿਆ ਤੇ ਦਿਨ ਭਰ ਕਾਰੋਬਾਰ ਤੋਂ ਬਾਅਦ ਹਰੇ ਨਿਸ਼ਾਨ ਤੇ ਬੰਦ ਹੋਇਆ। 1.25% ਵੱਧ ਕੇ 57,570 ਤੇ ਬੰਦ ਹੋਇਆ। ਨਿਫਟੀ 229 ਅੰਕ ਵੱਧ ਕੇ 17,158 ਤੇ ਬੰਦ ਹੋਇਆ। ਵਿਆਪਕ ਬਿਆਰ ਦੇ ਵਿੱਚ ਤੇ VPS ਮਿਡ ਪੈਕਟ ਦੇ ਵਿੱਚ ਸਮਾਗਮ ਸੂਚੀ ਦੇ ਵਿੱਚ 1% ਵਾਧਾ ਕੀਤਾ ਗਿਆ ਦਰਜ। ਗਲੋਬਲ ਦੇ ਬਾਜ਼ਾਰ ਵਿੱਚ ਤੇਜ਼ੀ ਆਈ ਤੇ ਰੁਪਏ ਦੀ ਮਜ਼ਬੂਤੀ ਕਾਰਨ ਹਫ਼ਤੇ ਦੇ ਆਖਰੀ ਕਾਰੋਬਾਰ ਦਿਨ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਤੇ ਖੁੱਲ੍ਹਿਆ ਸੀ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਪੰਜਾਬ ਸੂਬੇ ਦੇ ਸਰਕਾਰੀ ਸਕੂਲਾਂ 'ਚੋਂ ਹਰ ਬੱਚੇ ਨੂੰ ਮਿਲੇਗੀ ਮੁਫਤ ਵਰਦੀ।
ਇਸ ਖਬਰ ਦੇ ਵੱਲ ਰੁਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ, ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਦੋਸਤੋ, ਤੁਹਾਡਾ ਇੱਕ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਸਿੱਖਿਆ ਵਿਭਾਗ ਦੇ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਹਰ ਸਾਲ ਵਰਦੀਆਂ ਵੰਡਣ ਲਈ ਫੰਡ ਜਾਰੀ ਕੀਤੇ ਜਾਂਦੇ ਨੇ, ਜੋ ਇਸ ਸਾਲ ਵੀ ਜਾਰੀ ਕਰ ਦਿੱਤੇ ਗਏ ਨੇ। ਸਕੂਲਾਂ ਨੂੰ 600 ਰੁਪਏ ਪ੍ਰਤੀ ਵਿਦਿਆਰਥੀ ਦੀ ਦਰ ਨਾਲ ਫੰਡ ਜਾਰੀ ਕੀਤੇ ਗਏ ਨੇ। ਭਾਵੇਂ ਸਕੂਲਾਂ ਵੱਲੋਂ ਦਿੱਤੇ ਜਾਣ ਵਾਲਾ ਪ੍ਰਤੀ ਵਿਦਿਆਰਥੀ ਫੰਡ ਘੱਟ ਦੱਸਿਆ ਗਿਆ, ਪਰ ਵਿਭਾਗ ਨੇ ਹੁਣ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ, ਸੈਕੰਡਰੀ, ਐਲੀਮੈਂਟਰੀ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸਕੂਲ ਮੁਖੀਆਂ ਨੂੰ ਵਰਦੀਆਂ ਵੰਡਣ ਦੇ ਕੰਮ 31 ਜੁਲਾਈ ਤੋਂ ਪਹਿਲਾਂ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਨੇ। ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਬੱਚੇ, ਜਿਨ੍ਹਾਂ ਵਿੱਚ ਮੁੰਡਿਆਂ ਨੂੰ ਪੈਂਟ ਕਮੀਜ਼ਾਂ, ਕੁੜੀਆਂ ਨੂੰ ਸੂਟ, ਸਲਵਾਰ, ਦੁਪੱਟਾ, ਸਰਦੀਆਂ ਵਿੱਚ ਗਰਮ ਸਵੈਟਰ, ਜੁੱਤੀਆਂ, ਜੁਰਾਬਾਂ ਦਾ ਜੋੜਾ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਚੌੜੀਆਂ ਕਰਨ ਦੇ ਹੁਕਮ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਕਾਰੀਆਂ ਨੂੰ ਮੰਡੀ ਬੋਰਡ ਦੇ ਅਧੀਨ ਆਉਂਦੀਆਂ ਪੇਂਡੂ ਲਿੰਕ ਸੜਕਾਂ ਨੂੰ ਬੁੱਲ ਚੌੜਾ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸ ਦੇ ਨਾਲ ਹੀ ਪੰਜਾਬ 'ਚ ਮੁੜ ਤੋਂ ਹਰਿਆ ਭਰਿਆ ਬਣਾਉਣ ਦੇ ਲਈ ਸੜਕਾਂ ਕਿਨਾਰੇ 2 ਲੱਖ ਬੂਟੇ ਲਾਉਣ ਦਾ ਟੀਚਾ ਜਲਦੀ ਪੂਰਾ ਕਰਨ ਲਈ ਆਖਿਆ ਗਿਆ। ਮੁੱਖ ਮੰਤਰੀ ਨੇ ਟਵੀਟ ਕਰਕੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਅਫਸਰਾਂ ਨਾਲ ਇਹ ਮੀਟਿੰਗ ਕੀਤੀ ਗਈ ਆ। ਮੰਡੀ ਬੋਰਡ ਅਧੀਨ ਆਉਂਦੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਦੇ ਨਾਲ ਹੀ ਸੜਕਾਂ ਦੀ ਚੜ੍ਹਾਈ ਵਧਾਉਣ ਦੇ ਹੁਕਮ ਦਿੱਤੇ ਗਏ ਨੇ ਤੇ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਉਣ ਲਈ ਸੜਕਾਂ ਦੇ ਕਿਨਾਰੇ 2 ਲੱਖ ਬੂਟੇ ਲਾਉਣ ਦਾ ਟੀਚਾ ਵੀ ਜਲਦੀ ਪੂਰਨ ਕਰਨ ਲਈ ਅਧਿਕਾਰੀਆਂ ਨੂੰ ਆਖਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਲਵੇ 'ਚ ਸੇਮ ਦੀ ਸਮੱਸਿਆ ਦੇ ਪੱਕੇ ਹੱਲ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਵੱਲੋਂ 692 ਕਰੋੜ ਰੁਪਏ ਦੀ ਲਾਗਤ ਨਾਲ ਪੇਂਡੂ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮਹੱਤਵਪੂਰਨ ਫੈਸਲੇ ਦੇ ਵਿੱਚ ਮੁੱਖ ਮੰਤਰੀ ਨੇ 1000 ਕਿਲੋਮੀਟਰ ਤੋਂ ਵੱਧ ਸੜਕਾਂ ਦੇ ਨਾਲ ਹਰੀ ਪੱਟੀ ਵਿਕਸਿਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਪੰਜਾਬ ਦੇ ਮੰਡੀ ਬੋਰਡ ਨੂੰ ਇਹਨਾਂ ਸੜਕਾਂ ਦੇ 2 ਲੱਖ ਬੂਟੇ ਲਾਉਣ ਤੋਂ ਇਲਾਵਾ ਇਸ ਨੂੰ ਬਾਅਦ 2 ਸਾਲਾਂ ਤੱਕ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਦੇ ਲਈ ਕਿਹਾ ਹੈ। ਸੂਬੇ ਦੀਆਂ 4465 ਕਿਲੋਮੀਟਰ ਪੇਂਡੂ ਸੜਕਾਂ ਨੂੰ ਚੌੜਾ ਕਰਨ, ਅਪਗ੍ਰੇਡ ਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਨੂੰ ਹਰੀ ਝੰਡੀ ਦਿੱਤੀ ਗਈ ਹੈ। ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਰਾਹਤ। ਕੇਂਦਰ ਸਰਕਾਰ ਨੇ FMGE 'ਚ ਸ਼ਾਮਲ ਹੋਣ ਦੀ ਦਿੱਤੀ ਇਜਾਜ਼ਤ। ਵਿਦੇਸ਼ਾਂ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੀ। ਭਾਰਤੀ ਵਿਦਿਆਰਥੀ ਜੋ ਆਪਣੀ ਅੰਡਰ ਗ੍ਰੈਜੂਏਟ ਮੈਡੀਕਲ ਕੋਰਸ ਦੇ ਆਖਰੀ ਸਾਲ ਦੇ ਵਿੱਚ ਤੇ ਕਰੋਨਾ ਮਹਾਮਾਰੀ ਤੇ ਰੂਸ ਯੂਕਰੇਨ ਯੁੱਧ ਦੇ ਕਾਰਨ ਭਾਰਤ ਪਰਤੇ ਨੇ, ਉਹ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ ਇਸ ਦੇ ਲਈ ਵਿਦਿਆਰਥੀ ਨੂੰ 30 ਜੂਨ ਜਾਂ ਇਸ ਤੋਂ ਪਹਿਲਾਂ ਕੋਰਸ ਪੂਰਾ ਕਰਕੇ ਸਰਟੀਫਿਕੇਟ ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ। ਨੈਸ਼ਨਲ ਮੈਡੀਕਲ ਕਮਿਸ਼ਨ ਨੇ ਇਸ ਦੇ ਬਾਰੇ ਅਧਿਕਾਰਤ ਐਲਾਨ ਕੀਤਾ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਹੁਣ ਪੰਜਾਬ ਸਰਕਾਰ ਦੀ ਰਡਾਰ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਅੰਮ੍ਰਿਤਸਰ ਦੇ ਵਿੱਚ ਜ਼ਮੀਨ 'ਚੋਂ 28 ਕਰੋੜ ਦੀ ਧੋਖਾਧੜੀ ਦਾ ਦੋਸ਼ ਹੈ। ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸੰਗਤ ਸਿੰਘ ਗਿਲਜੀਆਂ ਤੋਂ ਬਾਅਦ ਹੁਣ ਸਾਬਕਾ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੀ ਪੰਜਾਬ ਸਰਕਾਰ ਦੀ ਰਡਾਰ ਨੇ। ਸੂਤਰਾਂ ਮੁਤਾਬਕ ਉਹਨਾਂ ਦੇ ਖਿਲਾਫ ਜਲਦੀ ਵੱਡੀ ਕਾਰਵਾਈ ਹੋ ਸਕਦੀ ਆ। ਤ੍ਰਿਪਤ ਰਜਿੰਦਰ ਬਾਜਵਾ ਤੇ ਅੰਮ੍ਰਿਤਸਰ ਵਿੱਚ ਜ਼ਮੀਨ ਦੇ ਸੌਦੇ 'ਚ 28 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਹੈ। ਇਸ ਬਾਰੇ ਮੌਜੂਦਾ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਪੋਰਟ ਸੌਂਪੀ ਗਈ ਆ। ਸੂਤਰਾਂ ਦੇ ਮੁਤਾਬਕ ਉਹਨਾਂ ਸਮੇਤ 2 IAS ਅਧਿਕਾਰੀਆਂ ਖਿਲਾਫ ਵੀ ਕਾਰਵਾਈ ਦੀ ਤਿਆਰੀ ਕੀਤੀ ਗਈ ਹੈ। 28 ਕਰੋੜ ਰੁਪਏ ਦੀ ਧੋਖਾਧੜੀ ਹੈ ਜੀ। ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ 'ਚ ਜ਼ਮੀਨ ਅਲਫਾ ਇੰਟਰਨੈਸ਼ਨਲ ਵੇਚ ਦਿੱਤੀ ਸੀ। ਸਰਕਾਰ ਬਣਦਿਆਂ ਹੀ ਇਸ ਦੀ ਵਿਕਰੀ ਵਿੱਚ ਕਰੋੜਾਂ ਦੀ ਧੋਖਾਧੜੀ ਦਾ ਸ਼ੱਕ ਜਤਾਇਆ ਗਿਆ ਸੀ। ਇਸ ਨੂੰ ਲੈ ਕੇ 20 ਮਈ ਨੂੰ ਇਸ ਦੀ 3 ਮੈਂਬਰੀ ਜਾਂਚ ਟੀਮ ਬਣਾਈ ਗਈ ਸੀ। ਸਰਕਾਰ ਬਦਲਣ ਦੇ ਬਾਵਜੂਦ ਬਾਜਵਾ ਨੇ ਕੀਤੇ ਦਸਤਕ। ਪੰਜਾਬ ਦੇ ਸਮਾਰਟ ਸਕੂਲ ਦਾ ਇਹ ਹਾਲ। ਕਮਰਿਆਂ 'ਚ ਭਰਿਆ ਪਾਣੀ, ਟੁੱਲੂ ਪੰਪ ਲਾ ਕੇ ਕੱਢਿਆ ਗਿਆ ਪਾਣੀ। ਸੋ ਪੰਜਾਬ ਦੇ ਵਿੱਚੋਂ ਨਿਊਜ਼ ਆ ਰਹੀ ਹੈ ਜਿੱਥੇ ਲਹਿਰਾ ਗਾਗਾ ਦੇ ਪਿੰਡ ਕੁਦਨੀ ਸਮਾਰਟ ਸਕੂਲ ਸਿਰਫ ਕਹਿਣ ਦਾ ਹੀ ਸਮਾਰਟ ਹੈ। ਹਲਕਾ ਲਹਿਰਾ ਦੇ ਪਿੰਡ ਕੁਦਨੀ ਵਿੱਚ ਬਣੇ ਗੌਰਮੈਂਟ ਮਿਡਲ ਸਕੂਲ ਦਾ ਬਹੁਤ ਬੁਰਾ ਹਾਲ ਹੈ। ਅਸਲ ਵਿੱਚ ਸਕੂਲ ਦੇ ਕਮਰਿਆਂ ਦੇ ਵਿੱਚ ਬੈਠੇ ਬੱਚੇ ਪੜ੍ਹਾਈ ਵੀ ਨਹੀਂ ਕਰ ਸਕਦੇ। ਇੱਥੇ ਥੋੜ੍ਹਾ ਜਿਹਾ ਮੀਂਹ ਪੈਣ ਦੇ ਨਾਲ ਕਮਰੇ ਪਾਣੀ ਦੇ ਨਾਲ ਭਰ ਜਾਂਦੇ ਨੇ, ਜਿਸ ਕਰਕੇ ਬੱਚਿਆਂ ਨੂੰ ਸਕੂਲ ਦੇ ਵਿੱਚ ਵੀ ਨਹੀਂ ਆਉਂਦੇ। ਜੇਕਰ ਆ ਜਾਂਦੇ ਨੇ ਤਾਂ ਮਾਪੇ ਉਹਨਾਂ ਨੂੰ ਵਾਪਸ ਕਰ ਲੈ ਜਾਂਦੇ ਨੇ। ਇਸ ਬਾਰੇ ਸਕੂਲ ਇੰਚਾਰਜ ਮਾਸਟਰ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਸਮਾਰਟ ਸਕੂਲ ਦੀ ਪਹਿਲਾਂ ਵਾਲੀ ਬਿਲਡਿੰਗ ਬਹੁਤ ਨੀਵੀਂ ਹੈ।
ਜਿਸ ਦੇ ਨਾਲ ਵਿੱਚ ਕਮਰਿਆਂ 'ਚ ਪਾਣੀ ਭਰ ਜਾਂਦਾ ਸੀ। ਪਹਿਲਾਂ ਪੰਪ ਲਾ ਕੇ ਪਾਣੀ ਕੱਢਦੇ ਹਾਂ, ਉਸ ਤੋਂ ਬਾਅਦ ਬੱਚਿਆਂ ਨੂੰ ਸਕੂਲ 'ਚੋਂ ਸੱਦਦੇ ਹਾਂ। 2000 ਦੇ ਕੇ ਮਿੰਟਾਂ 'ਚ ਬਣਾਏ ਜਾ ਰਹੇ ਨੇ ਆਯੁਸ਼ਮਾਨ ਹੈਲਥ ਕਾਰਡ। ਵੱਡੇ ਘਪਲੇ ਦਾ ਪਰਦਾਫਾਸ਼। ਪੰਜਾਬ ਦੇ ਵਿੱਚ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਤਹਿਤ ਇੱਕ ਵੱਡੇ ਘਪਲੇ ਦਾ ਪਰਦਾਫਾਸ਼ ਹੋਇਆ ਜੀ। ਰਿਪੋਰਟ ਦੇ ਮੁਤਾਬਕ ਦਲਾਲਾਂ ਦੇ ਰਾਹੀਂ ਮਹਿਜ਼ 2000 ਰੁਪਏ ਵਿੱਚ ਸਿਹਤ ਬੀਮਾ ਕਾਰਡ ਬਣਵਾਏ ਜਾ ਰਹੇ ਨੇ, ਜਿਸ ਤਹਿਤ ਉਹ ਪ੍ਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਲਾਭ ਲੈ ਸਕਦੇ ਨੇ, ਜੋ ਇਸ ਦੇ ਯੋਗ ਨਹੀਂ। ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਇੱਕ ਵੱਡੇ ਘੁਟਾਲੇ ਦੇ ਵਿੱਚ ਸੂਬੇ ਦੇ ਵੱਖ-ਵੱਖ ਸਾਈਬਰ ਕੈਫਿਆਂ ਵਿੱਚ ਸਿਰਫ 2000 ਰੁਪਏ ਦੇ ਕੇ ਜਾਲੀ ਆਯੁਸ਼ਮਾਨ ਸਿਹਤ ਬੀਮਾ ਕਾਰਡ ਜਾਰੀ ਕੀਤੇ ਜਾ ਰਹੇ ਨੇ। ਗਾਹਕ ਲੈਣ ਲਈ ਦਲਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਘੁੰਮਦੇ ਨੇ। ਇਸ ਤੋਂ ਬਾਅਦ ਉਹ ਸਿਰਫ ਆਧਾਰ ਕਾਰਡ ਦੇ ਵੇਰਵੇ ਲੈਂਦੇ ਨੇ ਅਤੇ ਕੁਝ ਘੰਟਿਆਂ ਵਿੱਚ ਇੱਕ ਜਾਲੀ ਆਯੁਸ਼ਮਾਨ ਹੈਲਥ ਕਾਰਡ ਜਾਰੀ ਕਰ ਦਿੰਦੇ ਨੇ। ABSBY ਇੱਕ ਰਾਸ਼ਟਰੀ ਸਿਹਤ ਬੀਮਾ ਯੋਜਨਾ ਜੋ ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਹੈ। ਲੰਮੇ ਸਮੇਂ ਤੋਂ ਇਹ ਘੁਟਾਲਾ ਚੱਲ ਰਿਹਾ ਹੈ। ਜ਼ਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ। ਪੰਜਾਬ ਸਣੇ 9 ਰਾਜਾਂ ਦੇ ਵਿੱਚ ਹੁਣ ਆਪਣੇ ਪੱਧਰ ਤੇ ਜਾਂਚ ਨਹੀਂ ਕਰ ਸਕੇਗੀ CBI ਪੰਜਾਬ ਦੇ ਸਮੇਤ 9 ਰਾਜਾਂ ਵਿੱਚ ਖੁਦ ਆਪਣੇ ਪੱਧਰ ਤੇ ਅਪਰਾਧਿਕ ਮਾਮਲਿਆਂ ਦੀ ਜਾਂਚ ਨਹੀਂ ਕਰ ਸਕਦੀ। ਕੇਂਦਰ ਸਰਕਾਰ ਨੇ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਪੰਜਾਬ ਦੇ ਸਮੇਤ 9 ਰਾਜਾਂ ਨੇ CBI ਨੂੰ ਅਪਰਾਧ ਦਰਜ ਕਰਨ ਤੇ ਜਾਂਚ ਕਰਨ ਦੀ ਸਹਿਮਤੀ ਨਹੀਂ ਦਿੱਤੀ। 9 ਰਾਜਾਂ ਦੇ ਵਿੱਚ ਮਿਜ਼ੋਰਮ, ਪੱਛਮੀ ਬੰਗਾਲ, ਛੱਤੀਸਗੜ੍ਹ, ਰਾਜਸਥਾਨ, ਮਹਾਰਾਸ਼ਟਰ, ਕੇਰਲ, ਝਾਰਖੰਡ, ਪੰਜਾਬ ਤੇ ਮੇਘਾਲਿਆ ਸ਼ਾਮਲ ਨੇ। PMO ਵਿੱਚ ਰਾਜ ਮੰਤਰੀ ਜਤਿੰਦਰ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਸੰਸਦ ਮੈਂਬਰ ਅਨਿਲ ਦੇਸਾਈ ਨੂੰ ਇਹ ਜਾਣਕਾਰੀ ਦਿੱਤੀ। ਦੇਸਾਈ ਨੇ ਪੁੱਛਿਆ ਸੀ ਕਿ ਕੇਂਦਰ ਸਰਕਾਰ ਦੁਆਰਾ ਕਿਸੇ ਕੇਂਦਰੀ ਏਜੰਸੀ ਨੂੰ ਸੌਂਪੇ ਗਏ ਹਰ ਅਪਰਾਧ ਲਈ ਰਾਜ ਸਰਕਾਰ ਦੀ ਪੂਰਵ ਸਹਿਮਤੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ CBI ਦਾ ਮੁੱਢਲਾ ਅਧਿਕਾਰ ਖੇਤਰ ਦਿੱਲੀ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਹੈ ਅਤੇ ਅਪਰਾਧ ਦਾ ਪਤਾ ਲਾਉਣਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਰਾਜ ਦਾ ਵਿਸ਼ਾ ਹੈ। ਕਾਨੂੰਨ CBI ਨੂੰ ਰਾਜਾਂ ਦੀ ਸਹਿਮਤੀ ਨਾਲ ਹੀ ਰਾਜ ਦੇ ਅੰਦਰ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਜਿੱਥੋਂ ਤੱਕ ਸੰਵਿਧਾਨਿਕ ਵਿਵਸਥਾ ਦਾ ਸੰਬੰਧ ਹੈ, ਅਪਰਾਧ ਦੀ ਜਾਂਚ ਰਾਜ ਦਾ ਵਿਸ਼ਾ, ਇਸ ਦੀ ਜ਼ਿੰਮੇਵਾਰੀ ਰਾਜ ਪੁਲਿਸ ਦੀ ਹੈ। ਪੰਜਾਬ ਦੇ DGP ਦਾ ਵੱਡਾ ਫੈਸਲਾ। ਸੂਬੇ ਭਰ ਦੇ ਥਾਣਿਆਂ ਨੂੰ ਜਾਰੀ ਕੀਤੇ ਨਵੇਂ ਹੁਕਮ। ਪੰਜਾਬ ਦੇ DGP ਗੌਰਵ ਯਾਦਵ ਦੇ ਹੁਕਮਾਂ ਤੋਂ ਬਾਅਦ ਸੂਬੇ ਦੇ ਵੱਡੇ ਸ਼ਹਿਰਾਂ 'ਚ ਪੁਲਿਸ ਅਧਿਕਾਰੀਆਂ ਨੇ ਥਾਣਿਆਂ ਦੇ ਵਿੱਚ ਬੀਟ ਸਿਸਟਮ ਵੰਡਣਾ ਸ਼ੁਰੂ ਕਰ ਦਿੱਤਾ। ਬੀਟ ਸਿਸਟਮ ਨੂੰ ਲੈ ਕੇ DGP ਗੌਰਵ ਯਾਦਵ ਦਾ ਆਪਣਾ ਪੁਰਾਣਾ ਤਜਰਬਾ ਵਧੀਆ ਹੈ। ਸੂਬੇ ਦੇ ਵਿੱਚ 25-26 ਸਾਲ ਪਹਿਲਾਂ ਵੀ ਗੌਰਵ ਯਾਦਵ SSP ਦੇ ਅਹੁਦੇ ਸੀ ਤਾਂ ਉਹਨਾਂ ਨੇ ਆਪਣੇ ਇਲਾਕਿਆਂ 'ਚ ਪੁਲਿਸ ਥਾਣਿਆਂ 'ਚ ਬੀਟ ਸਿਸਟਮ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਸਨ। ਬੀਟ ਸਿਸਟਮ ਬਾਰੇ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਸੰਬੰਧਿਤ ਬੀਟ ਦੇ ਇੰਚਾਰਜ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਜਾਂਦੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਜੇਕਰ ਕਿਸੇ ਬੀਟ ਦੇ ਅੰਦਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੇ ਸੰਬੰਧਿਤ ਬੀਟ ਇੰਚਾਰਜ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ। ਇਸ ਦੇ ਨਾਲ ਹੇਠਲੇ ਪੱਧਰ ਤੱਕ ਪੁਲਿਸ ਮੁਲਾਜ਼ਮਾਂ ਨੂੰ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋਵੇਗੀ। ਬੀਟ ਸਿਸਟਮ ਤਹਿਤ ਥਾਣਿਆਂ ਇੰਚਾਰਜਾਂ ਨੂੰ ਥਾਣਿਆਂ 'ਚ ਆਉਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ ਵੱਖ-ਵੱਖ ਪੈਂਡਿੰਗ ਕੇਸਾਂ ਦੀ ਜਾਂਚ ਵੀ ਸਮਾਂਬੱਧ ਢੰਗ ਨਾਲ ਮੁਕੰਮਲ ਕਰਨੀ ਹੈ। ਕੇਂਦਰ ਵਿੱਚ ਅਗਲੀ ਸਰਕਾਰ ਭਾਜਪਾ ਦੀ ਹੀ ਬਣੇਗੀ। ਸੋਮ ਪ੍ਰਕਾਸ਼ ਭਾਰਤੀ ਜਨਤਾ ਪਾਰਟੀ 3 ਦਿਨਾਂ ਦੇ ਰੋਜ਼ਾ ਸਿਖਲਾਈ ਕੈਂਪ, ਜਿਸ 'ਚ ਪੰਜਾਬ ਭਰ ਤੋਂ ਸਿਖਿਆਰਥੀਆਂ ਨੇ ਭਾਗ ਲਿਆ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਮੇਤ ਕਈ ਦਿੱਗਜਾਂ ਦੇ ਮਾਰਗਦਰਸ਼ਨ ਦੇ ਨਾਲ ਸਮਾਪਤ ਹੋ ਗਿਆ। ਇਸ ਮੌਕੇ ਜਥੇਬੰਦੀ ਨੇ ਸੂਬਾ ਜਨਰਲ ਸਕੱਤਰ ਸ਼੍ਰੀ ਨਵਾਸਾਲੂ ਤੇ ਕੌਮੀ ਸਕੱਤਰ ਸੂਬਾ ਸਹਿ ਪ੍ਰਭਾਰੀ ਡਾਕਟਰ ਨਰਿੰਦਰ ਰੈਣਾ, ਸੁਨੀਲ ਜਾਖੜ, ਕੇਵਲ ਢਿੱਲੋਂ, ਰਾਜਕੁਮਾਰ ਵੇਰਕਾ, ਸਰੂਪ ਚੰਦ ਸਿੰਗਲਾ, ਬਲਵਿੰਦਰ ਲਾਡੀ, ਗੁਰਪ੍ਰੀਤ ਕਾਂਗੜ, ਸੂਬਾ ਜਨਰਲ ਸਕੱਤਰ ਡਾਕਟਰ ਸੁਭਾਸ਼, ਰਜੇਸ਼ ਬੱਗਾ, ਦਿਆਲ ਸੋਢੀ ਆਦਿ ਨੇ 3 ਰੋਜ਼ਾ ਕੈਂਪ ਵਿੱਚ ਹਾਜ਼ਰੀ ਲਵਾਈ। ਸੋਮ ਪ੍ਰਕਾਸ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇਹ 3 ਰੋਜ਼ਾ ਸਿਖਲਾਈ ਕੈਂਪ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਸਮੂਹ ਵਿਦਿਆਰਥੀ ਸੂਬੇ ਭਰ ਦੇ ਵਿੱਚ ਜਾ ਕੇ ਆਗਾਮੀ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪ੍ਰਚਾਰ ਕਰਨਗੇ ਅਤੇ 2024 ਦੇ ਵਿੱਚ ਮੋਦੀ ਦੀ ਸਰਕਾਰ ਬਣਾਉਣਗੇ। ਹਾਈ ਕੋਰਟ ਦੇ ਮਜੀਠੀਆ ਨੂੰ ਫਿਰ ਤੋਂ ਝਟਕਾ ਨਹੀਂ ਮਿਲੀ ਕੋਈ ਰਾਹਤ। ਡਰੱਗ ਮਾਮਲੇ 'ਚ ਘਿਰੇ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਾਮਲੇ ਨੂੰ ਮੁੜ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਆ। ਦੱਸ ਦਈਏ ਕਿ ਹੁਣ ਤੱਕ ਹਾਈ ਕੋਰਟ ਦੇ 2 ਜੱਜ ਵੱਖ-ਵੱਖ ਕਾਰਨਾਂ ਕਰਕੇ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਤੋਂ ਵੱਖ ਹੋ ਚੁੱਕੇ ਨੇ। ਚੀਫ ਜਸਟਿਸ ਨੇ ਹੁਣ ਇਹ ਮਾਮਲਾ ਨਵੀਂ ਬੈਂਚ ਨੂੰ ਭੇਜਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਮਾਮਲੇ ਦੀ ਸੁਣਵਾਈ ਅੱਜ, ਜਿਸ ਦੇ ਵਿੱਚ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ। ਮੈਡੀਕਲ ਹਸਪਤਾਲ ਦੇ ਬੈੱਡਾਂ ਦਾ ਮਾੜਾ ਹਾਲ ਵੇਖ ਪੜ ਕੇ ਸਿਹਤ ਮੰਤਰੀ VC ਨੂੰ ਬਾਹੋਂ
ਫਤਿਹਗੜ੍ਹ ਤੇ ਲਟਾਇਆ ਸੋ ਸਥਾਨਕ ਗੁਰੂ ਗੋਬਿੰਦ ਮੈਡੀਕਲ ਕਾਲਜ ਹਸਪਤਾਲ ਦੀਆਂ ਲੰਮੇ ਸਮੇਂ ਦੀਆਂ ਧਾਂਦਲੀਆਂ ਤੋਂ ਦੁਖੀ ਮਰੀਜ਼ਾਂ ਦੇ ਸੀਨੇ ਵਿੱਚ ਉਸ ਵੇਲੇ ਠੰਡ ਪੈ ਗਈ ਜਦੋਂ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਅਚਾਨਕ ਦੌਰਾ ਕੀਤਾ ਤੇ ਇੱਥੋਂ ਦੇ ਬੇਹੱਦ ਮਾੜੇ ਪ੍ਰਬੰਧਾਂ ਤੇ ਗੁੱਸਾ ਜ਼ਾਹਰ ਕੀਤਾ। ਹੋਰ ਤਾਂ ਹੋਰ ਸਿਹਤ ਮੰਤਰੀ ਦੇ ਗੁੱਸੇ ਦਾ ਪਾਰਾ ਉਸ ਵੇਲੇ 7ਵੇਂ ਅਸਮਾਨ ਤੇ ਚੜ ਗਿਆ ਜਦੋਂ ਵਾਰਡ 'ਚ ਉਹਨਾਂ ਨੇ ਲੱਗੇ ਬੈੱਡਾਂ ਤੇ ਫਟੇ ਗੱਦਿਆਂ ਨੂੰ ਵੇਖਿਆ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਵਾਈਸ ਚਾਂਸਲਰ ਰਾਜ ਬਹਾਦਰ ਜੋ ਉਸ ਸਮੇਂ ਮੌਕੇ ਤੇ ਮੌਜੂਦ ਸਨ ਉਹਨਾਂ ਨੂੰ ਜਬਰੀ ਫਟੇ ਹੋਏ ਗੱਦੇ ਤੇ ਲੇਟਣ ਦੇ ਲਈ ਆਖਿਆ ਤਾਂ ਵਾਈਸ ਚਾਂਸਲਰ ਡੋਰ-ਫੋਰ ਹੋ ਕੇ ਫਟੇ ਗੱਦੇ ਤੇ ਲੇਟ ਗਏ। ਸਿਹਤ ਮੰਤਰੀ ਜੌੜ ਮਾਜਰਾ ਨੇ ਸਪਸ਼ਟ ਕੀਤਾ ਕਿ ਵਾਈਸ ਚਾਂਸਲਰ ਦੇ ਹੱਥ ਸਭ ਕੁਝ ਹੈ, ਪਰ ਬੜੀ ਮਾੜੀ ਗੱਲ ਹੈ ਕਿ ਮਰੀਜ਼ਾਂ ਨੂੰ ਅਜਿਹੀਆਂ ਘਟੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ। ਸਰਕਾਰੀ ਕਾਲਜ ਦੀ $4500 ਫੀਸ ਭਰ ਕੇ ਜਾਓ ਕੈਨੇਡਾ ਦੇ ਸਟੱਡੀ ਤੇ ਸਪਾਊਸ ਵੀਜ਼ੇ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਜ਼ਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰੋ। ਸੀਐਮ ਭਗਵੰਤ ਮਾਨ ਦੇ ਬਿਮਾਰ ਹੋਣ ਸੰਬੰਧੀ ਸੰਤ ਸੀਚੇਵਾਲ ਦਾ ਆਇਆ ਵੱਡਾ ਬਿਆਨ। ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਲਵੀਰ ਸਿੰਘ ਸੀਚੇਵਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਵਿੱਤਰ ਵੇਈ ਦਾ ਪਾਣੀ ਪੀ ਕੇ ਬਿਮਾਰ ਹੋਣ ਨੂੰ ਗਲਤ ਕਰਾਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਾ ਸੀਚੇਵਾਲ ਨੇ ਕਿਹਾ ਕਿ ਨਿਰਮੂਲ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਵਿੱਤਰ ਵੇਈ ਦਾ ਪਾਣੀ ਪੀ ਕੇ ਬਿਮਾਰ ਹੋਏ ਸਨ। ਉਹਨਾਂ ਨੇ TDS ਚੈੱਕ ਕਰਵਾ ਕੇ ਹੀ ਮੁੱਖ ਮੰਤਰੀ ਨੂੰ ਪਾਣੀ ਪਿਲਾਇਆ ਸੀ। 4 ਦਿਨਾਂ ਬਾਅਦ ਬਿਮਾਰ ਹੋ ਜਾਵੇ ਉਸ ਬਾਰੇ ਕੀ ਕਹੀਏ। ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹ ਨਿਰਮੂਲ ਹਨ। ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਇਹ ਤਕਲੀਫ ਹੈ ਕਿ ਬਾਬੇ ਨਾਨਕ ਦੀ ਪਵਿੱਤਰ ਵੇਈ ਸਾਫ਼ ਹੋ ਗਈ ਹੈ। ਯਾਤਰੀਆਂ ਦੇ ਮਨ 'ਚੋਂ ਉਤਰਿਆ ਕੈਨੇਡਾ ਦਾ ਪ੍ਰਿੰਸਟਨ ਏਅਰਪੋਰਟ। ਕੋਰੋਨਾ ਦਾ ਖੌਫ ਘਟਣ ਦੇ ਬਾਵਜੂਦ ਦੁਨੀਆ ਭਰ ਦੇ ਹਵਾਈ ਅੱਡਿਆਂ 'ਤੇ ਯਾਤਰੀਆਂ ਦੀ ਭੀੜ ਦਿਖਾਈ ਦੇ ਰਹੀ ਹੈ, ਪਰ ਕੈਨੇਡਾ ਦੇ ਸਭ ਤੋਂ ਵੱਡੇ ਹਵਾਈ ਅੱਡੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਜ਼ਿਆਦਾ ਮਾੜੇ ਹਾਲ ਹਨ। ਇੱਥੇ ਕਈ ਮਹੀਨਿਆਂ ਤੋਂ ਲਗਾਤਾਰ ਯਾਤਰੀਆਂ ਦੀਆਂ ਲੰਮੀਆਂ ਲਾਈਨਾਂ ਦਿਖਾਈ ਦੇ ਰਹੀਆਂ ਨੇ। ਫਲਾਈਟ ਕੈਂਸਲ ਜਾਂ ਡਿਲੇ ਹੋਣ ਦੀ ਸਮੱਸਿਆ ਲਗਾਤਾਰ ਆ ਰਹੀ ਹੈ। ਯਾਤਰੀਆਂ ਦੇ ਬੈਗ ਵੀ ਨਹੀਂ ਲੱਭ ਰਹੇ। ਇਹਨਾਂ ਔਕੜਾਂ ਦੇ ਚੱਲਦਿਆਂ ਕੈਨੇਡਾ 'ਚੋਂ ਇਹ ਹਵਾਈ ਅੱਡਾ ਹੁਣ ਯਾਤਰੀਆਂ ਦੇ ਮਨ ਦੇ ਵਿੱਚ ਉਤਰਦਾ ਦਿਖਾਈ ਦੇ ਰਿਹਾ ਤੇ ਜੰਮ ਕੇ ਇਸ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਨੇ। ਸਿਵਲ ਹਸਪਤਾਲ ਸਮਾਣਾ 'ਚ ਮਰੀਜ਼ ਨੂੰ ਐਕਸਪਾਇਰੀ ਡੇਟ ਦਾ ਗਲੂਕੋਜ਼ ਚੜਾਉਣ ਦਾ ਮਾਮਲਾ ਆਇਆ ਸਾਹਮਣੇ। ਸੋ ਸਮਾਣਾ ਦੇ ਸਿਵਲ ਹਸਪਤਾਲ 'ਚ ਇੱਕ ਮਰੀਜ਼ ਨੂੰ ਐਕਸਪਾਇਰੀ ਗਲੂਕੋਜ਼ ਲਾਉਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮਰੀਜ਼ ਦੀ ਪਤਨੀ ਨੇ ਇਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਗਲੂਕੋਜ਼ ਲਾਉਣ ਵਾਲੇ ਫਾਰਮਾਸਿਸਟ ਨੇ ਉਸ ਨਾਲ ਬਦਸਲੂਕੀ ਕੀਤੀ। ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਹੋਣ ਤੋਂ ਬਾਅਦ ਹੜਕੰਪ ਮਚ ਗਿਆ। ਅਸਿਸਟੈਂਟ ਸਿਵਲ ਸਰਜਨ ਡਾਕਟਰ ਵਿਕਾਸ ਗੋਇਲ ਨੇ ਦੱਸਿਆ ਕਿ ਸਮਾਣਾ ਦੇ ਸਿਵਲ ਹਸਪਤਾਲ ਦੇ SMO ਤੋਂ ਜਵਾਬ ਤਲਬੀ ਕੀਤੀ ਗਈ ਹੈ, ਪਰ ਜੇਕਰ ਸੰਤੋਸ਼ਜਨਕ ਜਵਾਬ ਨਾ ਆਇਆ ਤਾਂ ਇਸ ਮਾਮਲੇ ਦੇ ਵਿੱਚ ਤੈਅ ਕਰਕੇ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਮਾਨ ਸਰਕਾਰ ਦੀ ਵੱਡੀ ਕਾਰਵਾਈ। ਸਟਰੀਟ ਲਾਈਟ ਭ੍ਰਸ਼ਟਾਚਾਰ ਮਾਮਲੇ 'ਚ BDPO ਸਤਵਿੰਦਰ ਕੰਗ ਸਸਪੈਂਡ। ਪੰਜਾਬ ਦੇ ਵਿੱਚ ਵੱਡਾ ਹਾਦਸਾ। ਬੱਚਿਆਂ ਦੇ ਨਾਲ ਭਰੀ ਸਕੂਲੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ। ਟਾਂਡਾ ਦੇ ਵਿੱਚ ਜਲੰਧਰ ਪਠਾਨਕੋਟ ਹਾਈਵੇ ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਸੂਹਾ ਦੇ ਨੇੜੇ ਇੱਕ ਸਕੂਲੀ ਬੱਸ ਨੂੰ ਪਿੱਛੋਂ ਆ ਰਹੇ ਟਰੱਕ ਨੇ ਜ਼ੋਰਦਾਰ ਟੱਕਰ ਮਾਰਤੀ। ਕਈ ਬੱਚੇ ਜ਼ਖਮੀ ਹੋ ਗਏ। ਹਾਦਸਾ ਸਵੇਰੇ 7:30 ਵਜੇ ਦੇ ਕਰੀਬ ਵਾਪਰਿਆ ਜਦੋਂ ਟਾਂਡਾ ਤੋਂ ਇੱਕ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਦੁਧਾਰੂ ਪਸ਼ੂਆਂ ਦੇ ਵਿੱਚ ਮੰਕੀ ਪੌਕਸ ਵਰਗੇ ਲੱਛਣ। ਪੰਜਾਬ 'ਚ ਤਨਾਇਤ ਟੀਮਾਂ ਸੋਏ ਵੀ ਵੱਡੀ ਖਬਰ ਹੈ ਜੀ। ਇੱਕ ਪਾਸੇ ਪੰਜਾਬ ਭਾਰਤ ਵਿੱਚ ਕਰੋਨਾ ਤੇ ਮੰਕੀ ਪੌਕਸ ਬਿਮਾਰੀ ਨੇ ਹਲਚਲ ਮਚਾ ਦਿੱਤੀ ਹੈ। ਦੂਜੇ ਪਾਸੇ ਪਸ਼ੂਆਂ ਦੇ ਵਿੱਚ ਅਜਿਹੀ ਛੂਤ ਦੀ ਬਿਮਾਰੀ ਸਾਹਮਣੇ ਆਈ ਹੈ। ਡੇਅਰੀ ਪਸ਼ੂਆਂ ਵਿੱਚ ਲੰਪੀ ਸਕਿਨ ਨਾਮ ਦੀ ਬਿਮਾਰੀ ਨੇ ਦਸਤਕ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਦੇ ਲੱਛਣ ਕੁਝ ਮਨੁੱਖਾਂ ਦੇ ਵਿੱਚ ਹੋਣ ਵਾਲੀ ਮੰਕੀ ਪੌਕਸ ਬਿਮਾਰੀ ਦੇ ਨਾਲ ਮਿਲਦੇ ਜੁਲਦੇ ਨੇ। ਮੌਜੂਦਾ ਸਮੇਂ 'ਚ ਪੰਜਾਬ ਰਾਜ ਵਿੱਚ ਪਾਲਤੂ ਗਾਵਾਂ ਤੇ ਮੱਝਾਂ ਲਈ ਹੋਣ ਵਾਲੀ ਬਿਮਾਰੀ ਦੇ ਮੱਦੇਨਜ਼ਰ ਪਸ਼ੂ ਮਾਲਕਾਂ ਨੂੰ ਸੁਚੇਤ ਕੀਤਾ ਗਿਆ ਤੇ ਇਸ ਬਿਮਾਰੀ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਨਜ਼ਦੀਕੀ ਪਸ਼ੂ ਐਸੋਸੀਏਸ਼ਨ ਪਸ਼ੂ ਪਾਲਣਾ ਨਾਲ ਸੰਪਰਕ ਕਰੋ ਤੇ ਇਸ ਕਾਰਨ ਚਮੜੀ ਤੇ ਰੋਗ ਫੈਲਦਾ ਹੈ। ਬਿਮਾਰੀ ਦੇ ਲੱਛਣ ਜਿਹੜੇ ਉਹ ਚੈਨਲ ਤੇ ਪਾਈ ਸ਼ਾਰਟ ਵੀਡੀਓ 'ਚ ਚੈੱਕ ਕਰ ਸਕਦੇ ਹੋ। ਸੰਗਰੂਰ 'ਚੋਂ ਪਿਆਜ਼ ਲਈ ਆਪਣੀ ਕਿਸਮ ਦਾ ਪਹਿਲਾ ਸੈਂਟਰ ਆਫ ਐਕਸੀਲੈਂਸ ਕੀਤਾ ਜਾਵੇਗਾ ਸਥਾਪਿਤ। ਸੋ ਵੱਡੀ ਖਬਰ ਹੈ। ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਪ੍ਰੋਗਰਾਮ 'ਚ ਦਸਤਾਰ ਬੰਨ੍ਹ ਕੇ ਪਹੁੰਚੇ CM ਜੋਗੀ ਤੇ ਸਾਰੇ ਪੰਥ ਨੂੰ ਦਿੱਤੀ ਗਈ ਵਧਾਈ। ਰਾਜ ਭਵਨ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜ ਭਵਨ ਵਿਖੇ ਆਯੋਜਿਤ ਪ੍ਰੋਗਰਾਮ 'ਚ ਪਹੁੰਚੇ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ। ਇਸ ਦੌਰਾਨ ਉਹਨਾਂ ਨੇ ਸਿਰ ਤੇ ਦਸਤਾਰ ਬੰਨ੍ਹੀ ਹੋਈ ਸੀ। ਗੁਰੂ ਤੇਗ ਬਹਾਦਰ ਜੀ ਦੇ
401ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਾਰਿਆਂ ਨੂੰ ਵਧਾਈ ਦਿੱਤੀ ਤੇ ਸਿੱਖ ਪਰੰਪਰਾ ਨੂੰ ਇਤਿਹਾਸ ਵਿੱਚ ਬਣਦਾ ਸਥਾਨ ਨਾ ਮਿਲਣ ਦੇ ਰੋਸ ਵੀ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਜੀ ਅਸੀਂ ਮੰਗਲ ਗ੍ਰਹਿ 'ਤੇ ਪਹੁੰਚ ਰਹੇ ਹਾਂ। ਇੰਟਰਨੈਟ ਆਫ ਥਿੰਕਿੰਗਸ ਦੀ ਗੱਲ ਕਰੀਏ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸੀ ਨਾਲ ਦੁਨੀਆ ਨੇ ਬਹੁਤ ਤਰੱਕੀ ਕੀਤੀ, ਪਰ ਸਾਨੂੰ ਆਪਣੇ ਇਤਿਹਾਸ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਰਾਘਵ ਚੱਡਾ ਦੇ ਨਾਲ ਰਿਸ਼ਤੇ 'ਤੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ ਸਾਡੇ ਦੋਵਾਂ ਦੇ ਵਿਚਕਾਰ ਕੋਈ ਵਿਵਾਦ ਨਹੀਂ ਹੈ। ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੇ ਅਸਤੀਫਾ ਦੇਣ 'ਤੇ ਵਿਨੋਦ ਕਈ ਨੇ ਨਵਾਂ ਏਜੀ ਲੱਗਣ ਪਿੱਛੋਂ ਇਸ ਗੱਲ ਦੀ ਚਰਚਾ ਸੀ ਕਿ ਮਾਨ ਤੇ ਚੱਡਾ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ। ਮੁੱਖ ਮੰਤਰੀ ਨੇ ਕਿਹਾ ਇਹੋ ਜਿਹੀਆਂ ਗੱਲਾਂ ਵਿਰੋਧੀ ਧਿਰ ਵੱਲੋਂ ਭਰਮ ਫੈਲਾਉਣ ਦੇ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਦਿੱਲੀ NCR ਦੇ ਲੋਕਾਂ ਦੇ ਲਈ